यूजिंग थ्रोज ਐਕਸੈਪਸ਼ਨ ਹੈਂਡਲਿੰਗ ਦਾ ਕਨਸੈਪਟ ਆਪਣਾ ਚੱਲ ਰਿਹਾ ਸੀ, ਜਿਸ ਦੇ ਵਿੱਚ ਅਸੀਂ ਅਨਕੌਟ ਐਕਸੈਪਸ਼ਨ ਨੂੰ ਫਿਰ ਟਰਾਈ ਕੈਚ ਦੀ ਮਦਦ ਦੇ ਨਾਲ ਕੈਚ ਕਰਿਆ, ਹੈਂਡਲ ਕੀਤਾ। ਮਲਟੀਪਲ ਕੈਚ ਸਟੇਟਮੈਂਟਸ ਲਾ ਕੇ ਇੱਕ ਤੋਂ ਜ਼ਿਆਦਾ ਐਕਸੈਪਸ਼ਨਸ ਜੇਕਰ ਆਉਂਦੀਆਂ ਨੇ ਉਹਨਾਂ ਨੂੰ ਵੀ ਅਸੀਂ ਹੈਂਡਲ ਕਰਕੇ ਦੇਖਿਆ ਸੀ। ਉਸ ਤੋਂ ਅੱਗੇ ਹੈ ਥਰੋ ਕੀਵਰਡ ਹੈ ਜਿਹੜਾ ਯੂਜ਼ਿੰਗ ਥਰੋ। ਥਰੋ ਦਾ ਮਤਲਬ ਹੈ ਤੁਸੀਂ ਆਪਣੇ ਕੋਡ ਦੇ ਥਰੂ ਕੋਈ ਐਕਸੈਪਸ਼ਨ ਆਪ ਥਰੋ ਕਰਨਾ ਚਾਹੁੰਦੇ ਹੋ। ਹੁਣ ਸੋਚੋਗੇ ਕਿ ਪਹਿਲਾਂ ਐਕਸੈਪਸ਼ਨ ਥਰੋ ਹੁੰਦੀ ਸੀ, ਅਸੀਂ ਉਹਨੂੰ ਹੈਂਡਲ ਕਰਦੇ ਸੀ, ਹੁਣ ਅਸੀਂ ਆਪ ਹੀ ਥਰੋ ਕਿਉਂ ਕਰਾਂਗੇ? ਉਹ ਅਸੀਂ ਕਿਸੇ ਕੰਡੀਸ਼ਨ ਨੂੰ, ਜਦੋਂ ਕੋਈ ਕੰਡੀਸ਼ਨ ਸਾਡੇ ਪ੍ਰੋਗਰਾਮ 'ਚ ਆਉਂਦੀ ਹੈ ਕਿ ਅਸੀਂ ਚਾਹੁੰਦੇ ਹਾਂ ਵੀ ਇਹ ਚੀਜ਼ ਐਬਨੋਰਮਲ ਹੈ। ਜਾਵਾ ਰਨ ਟਾਈਮ ਹਰ ਚੀਜ਼ ਨੂੰ ਐਬਨੋਰਮਲ ਨਹੀਂ ਨਾ ਕਹਿੰਦਾ। ਉਹਦੇ ਲਈ ਜ਼ੀਰੋ ਨਾਲ ਡਿਵੀਜ਼ਨ ਐਬਨੋਰਮਲ ਹੈ। ਐਰੇ ਇੰਡੈਕਸ ਜਿਹੜਾ ਹੈ ਉਹ ਅਗਰ ਬਾਉਂਡ ਤੋਂ ਬਾਹਰ ਤੁਸੀਂ ਸਟੋਰ ਕਰਦੇ ਹੋ ਸਾਈਜ਼ ਤੋਂ ਜ਼ਿਆਦਾ, ਉਹ ਉਹਦੇ ਲਈ ਐਬਨੋਰਮਲ ਹੈ। ਪਰ ਕਈ ਚੀਜ਼ਾਂ ਸਾਡੇ ਹਿਊਮਨ ਜਿਹੜੀ ਹੈ ਸਾਡੀ ਜਿਹੜੀ ਲਾਈਫ ਹੈ ਉਹਦੇ ਵਿੱਚ ਅਸੀਂ ਕਈ ਚੀਜ਼ਾਂ ਨੂੰ ਐਬਨੋਰਮਲ ਮੰਨਦੇ ਹਾਂ, ਪਰ ਜਾਵਾ ਰਨ ਟਾਈਮ ਲਈ ਉਹ ਐਬਨੋਰਮਲ ਨਹੀਂ ਹੈਗੀਆਂ। ਜਿਵੇਂ ਮੈਂ ਐਗਜ਼ਾਮਪਲ ਦਵਾਂ, ਏਜ ਲਾ ਲਓ। ਹੁਣ ਜੇ ਇੱਥੇ ਪੁੱਛਿਆ ਜਾਵੇ ਐਂਟਰ ਯੂਅਰ ਏਜ, ਤੇ ਆਪਾਂ ਏਜ ਭਰ ਦਿੰਦੇ ਆ 20 ਸਾਲ, 25 ਸਾਲ, 50 ਸਾਲ, 60 ਸਾਲ ਕਿਸੇ ਬੰਦੇ ਦੀ, ਉਹ ਤਾਂ ਠੀਕ ਹੈ, ਨਾਰਮਲ ਹੋਗੀ। ਪਰ ਜੇ ਮੈਂ 600 ਸਾਲ ਉਮਰ ਭਰ ਦੇਵਾਂ, ਉਹ ਐਬਨੋਰਮਲ ਹੈ ਨਾ। ਉਹ ਸਾਡੇ ਲਈ ਐਬਨੋਰਮਲ ਹੈ। ਜਾਵਾ ਰਨ ਟਾਈਮ ਉਹਨੂੰ ਐਬਨੋਰਮਲ ਨਹੀਂ ਮੰਨੇਗਾ। ਉਹਦੇ ਲਈ ਤਾਂ ਉਹ ਇੱਕ ਇੰਟੀਜਰ ਹੈ। ਉਹ 600 ਸਟੋਰ ਕਰ ਲਓ, ਚਾਹੇ 7000 ਸਟੋਰ ਕਰ ਲਓ, ਚਾਹੇ 8500 ਸਟੋਰ ਕਰ ਲਓ, ਉਹਦੇ ਵਿੱਚ 10,000, 12,000, ਈਵਨ ਲੈਕ ਦੇ ਵਿੱਚ ਵੀ ਏਜ ਸਟੋਰ ਕਰ ਲੇਗਾ। ਉਹ ਉਹਨੂੰ ਕੋਈ ਪ੍ਰੋਬਲਮ ਨਹੀਂ ਲੱਗਦੀ, ਕਿਉਂਕਿ ਉਹ ਤੁਹਾਨੂੰ ਉਹਨੂੰ ਨਹੀਂ ਪਤਾ ਵੀ ਇਹ ਏਜ ਹੈ। ਉਹਦੇ ਲਈ ਤਾਂ ਇੱਕ ਵੇਰੀਏਬਲ ਹੈ, ਇੰਟੀਜਰ ਟਾਈਪ ਦਾ, ਜਿਸ ਦੇ ਵਿੱਚ ਤੁਸੀਂ ਕੋਈ ਨੰਬਰ ਸਟੋਰ ਕਰ ਰਹੇ ਹੋ। ਸੋ ਉੱਥੇ ਉਹ ਐਕਸੈਪਸ਼ਨ ਥਰੋ ਨਹੀਂ ਕਰੇਗਾ। ਉਸ ਕੇਸ ਦੇ ਵਿੱਚ ਅਸੀਂ ਆਪਣੇ ਕੋਡ ਦੇ ਥਰੂ ਐਕਸੈਪਸ਼ਨ ਥਰੋ ਕਰਾਂਗੇ। ਜੇ ਕਿਸੇ ਦੀ ਏਜ 100 ਸਾਲ ਤੋਂ ਉੱਪਰ ਜਾਂ 150 ਸਾਲ, ਜਿੰਨਾ ਵੀ ਆਪਾਂ ਐਕਸਪੈਕਟ ਕਰਦੇ ਹਾਂ ਵੀ ਇੰਨੇ ਤੋਂ ਉੱਪਰ ਹੋ ਹੀ ਨਹੀਂ ਸਕਦੀ, ਜਾਂ ਆਪਾਂ ਕਹਿੰਦੇ ਹਾਂ ਕਿ ਜੇ ਆਪਾਂ ਕੋਈ ਗਵਰਨਮੈਂਟ ਸਰਵੈਂਟ ਹੈ, ਉਸ ਦੀ ਏਜ ਪੁੱਛੀ ਗਈ ਹੈ, ਤੇ ਜੇ ਉਹ ਏਜ 60 ਸਾਲ ਤੋਂ ਉੱਪਰ ਭਰਦਾ ਹੈ ਤਾਂ ਉਹ ਜਿਹੜੀ ਹੈ ਐਬਨੋਰਮਲ ਹੈ, ਕਿਉਂਕਿ 60 ਸਾਲ ਤੋਂ ਉੱਪਰ ਤਾਂ ਉਹ ਰਿਟਾਇਰ ਹੋ ਗਿਆ। ਸੋ ਇਸ ਤਰ੍ਹਾਂ ਨਾਲ ਅਸੀਂ, ਜਦੋਂ ਸਾਨੂੰ ਕੋਈ ਆਪਣੇ ਪ੍ਰੋਗਰਾਮ 'ਚ ਖੁਦ ਐਬਨੋਰਮਲ ਕੰਡੀਸ਼ਨ ਬਣਾਉਣ ਦੀ ਜ਼ਰੂਰਤ ਪੈਂਦੀ ਹੈ, ਤਾਂ ਅਸੀਂ ਥਰੋ ਕੀਵਰਡ ਦੀ ਮਦਦ ਦੇ ਨਾਲ ਐਕਸੈਪਸ਼ਨ ਖੁਦ ਥਰੋ ਕਰਦੇ ਹਾਂ, ਤੇ ਫਿਰ ਉਹਨੂੰ ਹੈਂਡਲ ਵੀ ਖੁਦ ਹੀ ਕਰਦੇ ਹਾਂ। It is possible for your program to throw an exception explicitly using the throw statement। ਆਹ ਉਹਦਾ ਤਰੀਕਾ ਹੈ ਥਰੋ। ਉਸ ਤੋਂ ਬਾਅਦ ਥਰੋਏਬਲ ਇੰਸਟੈਂਸ ਦਾ ਮਤਲਬ ਹੈ ਕਿ ਤੁਸੀਂ ਥਰੋਏਬਲ ਜਿਹੜੀ ਕਲਾਸ ਹੈ ਉਸ ਦਾ ਕੋਈ ਵੀ ਸਬ ਕਲਾਸ ਦਾ ਆਬਜੈਕਟ ਥਰੋ ਕਰਨਾ, ਜਿਹਦੇ 'ਚ ਐਕਸੈਪਸ਼ਨ ਆਪਾਂ ਜ਼ਿਆਦਾਤਰ ਕਰਦੇ ਹਾਂ। Here throwable instance must be an object of type throwable or a subclass of throwable। The flow of execution stops immediately after the throw statement। ਜਿੱਥੇ ਵੀ ਤੁਸੀਂ ਥਰੋ ਲਾਓਗੇ, ਉਸ ਤੋਂ ਅਗਲਾ ਪ੍ਰੋਗਰਾਮ ਦੀਆਂ ਜਿਹੜੀਆਂ ਸਟੇਟਮੈਂਟਸ ਨੇ ਉਹ ਜਿਹੜੀਆਂ ਨੇ ਉਹ ਰੁਕ ਜਾਣਗੀਆਂ। ਐਂਡ ਸਬਸੀਕੁਐਂਟ ਸਟੇਟਮੈਂਟਸ ਆਰ ਨਾਟ ਐਗਜ਼ੀਕਿਊਟਡ। ਉਸ ਤੋਂ ਅਗਲੀਆਂ ਸਟੇਟਮੈਂਟਸ ਨਹੀਂ ਚੱਲਣਗੀਆਂ। The enclosing try block is inspected to see if it has a catch statement। ਜਿਹੜਾ ਟਰਾਈ ਕੈਚ ਲੱਗਿਆ ਹੋਏਗਾ ਉਹਦੇ 'ਚ ਦੇਖਿਆ ਜਾਏਗਾ ਕੈਚ ਕਿੱਥੇ ਹੈ। that matches the type of exception। ਤੇ ਕਿਹਦੇ ਨਾਲ ਉਹ ਮੈਚ ਹੋ ਰਹੀ ਹੈ ਐਕਸੈਪਸ਼ਨ ਜਿਹੜੀ ਤੁਸੀਂ ਥਰੋ ਕੀਤੀ। ਇਫ ਡਜ਼ ਇਟ ਡਜ਼ ਫਾਈਂਡ ਏ ਮੈਚ, ਕੰਟਰੋਲ ਇਜ਼ ਟ੍ਰਾਂਸਫਰ ਟੂ दैट ਸਟੇਟਮੈਂਟ। ਮਤਲਬ ਕੈਚ ਦੇ ਕੋਲ ਚਲਾ ਜਾਏਗਾ। ਇਫ ਨੋ ਮੈਚਿੰਗ ਕੈਚ ਇਜ਼ ਫਾਊਂਡ, then the default exception handler halts the program and prints the stack trace। ਤਾਂ ਉਹ ਬਾਕੀ ਕੰਮ ਤਾਂ ਉਦਾਂ ਹੀ ਹੋਏਗਾ ਜਿਵੇਂ ਆਪਾਂ ਪਹਿਲਾਂ ਪੜ੍ਹਿਆ ਅਨਕੌਟ ਐਕਸੈਪਸ਼ਨ 'ਚ ਆਪਾਂ ਪੜ੍ਹਿਆ ਸੀ, ਉਸੇ ਤਰ੍ਹਾਂ ਹੋਏਗਾ। ਬਸ ਇੱਥੇ ਇੱਕ ਗੱਲ ਨਵੀਂ ਹੈ ਕਿ ਇੱਥੇ ਐਕਸੈਪਸ਼ਨ ਅਸੀਂ ਖੁਦ ਥਰੋ ਕਰਾਂਗੇ। ਕੈਚ ਕਰਨ ਦੇ ਤਰੀਕੇ ਉਹੀ ਹੋਣਗੇ ਜਿਹੜੇ ਪਹਿਲਾਂ ਅਸੀਂ ਬਿਲਟ ਇਨ ਐਕਸੈਪਸ਼ਨਸ ਨੂੰ ਥਰੋ ਕਰਨ ਦੇ ਲਈ ਵਰਤਦੇ ਆਏ ਹਾਂ। ਸੋ ਐਗਜ਼ਾਮਪਲ ਦੇ ਤੌਰ ਤੇ ਮੈਂ ਇੱਕ ਕਲਾਸ ਲਈ ਹੈ, ਥਰੋ ਡੈਮੋ ਦਾ ਨਾਮ ਰੱਖਿਆ ਹੈ। ਇਹਦੇ ਅੰਦਰ ਇੱਕ ਸਟੈਟਿਕ ਮੈਥਡ ਬਣਾਇਆ ਜਿਸ ਦੀ ਰਿਟਰਨ ਟਾਈਪ ਵੋਇਡ ਹੈ। ਡੈਮੋ ਪ੍ਰੋਸ ਰੱਖਿਆ, ਡੈਮੋ ਪ੍ਰੋਸੀਜਰ ਮਤਲਬ। ਇਹਦੇ ਅੰਦਰ ਆਪਾਂ ਟਰਾਈ ਕੈਚ ਦੇ ਅੰਦਰ ਇੱਕ ਥਰੋ ਕੀਤੀ ਐਕਸੈਪਸ਼ਨ, ਥਰੋ ਨਿਊ ਐਕਸੈਪਸ਼ਨ। ਇੱਥੇ ਕੋਈ ਮੈਸੇਜ ਜਿਹੜਾ ਤੁਸੀਂ ਉਸ ਐਕਸੈਪਸ਼ਨ ਦੇ ਨਾਲ ਰਿਲੇਟਡ ਦੇਣਾ ਚਾਹੁੰਦੇ ਕੋਈ ਵੀ ਦੇ ਸਕਦੇ ਹੋ। ਥਰੋ ਨਿਊ ਐਕਸੈਪਸ਼ਨ ਦਾ ਨਵਾਂ ਆਬਜੈਕਟ ਕ੍ਰੀਏਟ ਕਰੋ ਤੇ ਕੋਈ ਵੀ ਮੈਸੇਜ ਦੇ ਦਿਓ। ਸਿੰਪਲੈਸਟ ਵੇ ਹੈ ਐਕਸੈਪਸ਼ਨ ਥਰੋ ਕਰਨ ਦਾ।
ਇਹ ਥਰੋ ਹੋਈ ਹੋਈ ਕੈਚ ਹੋ ਜਾਏਗੀ ਇੱਥੇ ਆ ਕੇ, ਕਿਉਂਕਿ ਤੁਸੀਂ ਆਹ ਚੀਜ਼ ਮੈਚ ਕਰਨੀ ਚਾਹੀਦੀ ਹੈ। ਇੱਥੇ ਐਕਸੈਪਸ਼ਨ ਕਲਾਸ ਹੈ, ਇੱਥੇ ਵੀ ਐਕਸੈਪਸ਼ਨ ਕਲਾਸ ਹੈ, ਮੈਚ ਹੋ ਗਈ, ਇਹ ਕੈਚ ਕਰ ਲੇਗਾ। ਕੈਚ ਕਰਕੇ ਆ ਮੈਸੇਜ ਦੇ ਦੇਗਾ ਕੌਟ ਇਨਸਾਈਡ ਡੈਮੋ ਪ੍ਰੂਫ। ਇਹ ਤਾਂ ਮੈਂ ਡੈਮੋ ਦੇ ਰਿਹਾ ਨਾ, ਇਸ ਕਰਕੇ ਉਸ ਤਰ੍ਹਾਂ ਦੇ ਮੈਸੇਜ ਮੈਂ ਦਿੱਤੇ ਹੋਏ ਨੇ। ਪ੍ਰੈਕਟੀਕਲੀ ਉਹ ਐਪਰੋਪਰੀਏਟ ਮੈਸੇਜ ਅਸੀਂ ਦੇ ਦਾਂਗੇ। ਇਹ ਅੱਗੇ ਮੇਨ ਬਣਾਇਆ ਹੈ ਜਿਹਦੇ ਵਿੱਚੋਂ ਮੈਂ ਡੈਮੋ ਪ੍ਰੂਫ ਨੂੰ ਕਾਲ ਕਰ ਰਹੀ ਹਾਂ। ਇਹ ਡਬਲ ਤਾਂ ਕੀਤਾ ਕਿਉਂਕਿ ਤੁਹਾਨੂੰ ਪਤਾ ਲੱਗਿਆ ਕਿ ਜੇ ਤੁਸੀਂ ਇੱਥੇ ਕੈਚ ਨਹੀਂ ਕਰਦੇ, ਟਰਾਈ ਕੈਚ ਇੱਥੇ ਨਹੀਂ ਲਾਉਂਦੇ, ਤਾਂ ਐਕਸੈਪਸ਼ਨ ਥਰੋ ਹੋ ਕੇ ਮੇਨ ਕੋਲੇ ਆ ਜਾਏਗੀ। ਫਿਰ ਮੇਨ 'ਚ ਟਰਾਈ ਕੈਚ ਲਾ ਕੇ ਇਹਨੂੰ ਕੈਚ ਕਰੋ। ਜੇ ਮੇਨ 'ਚ ਵੀ ਟਰਾਈ ਕੈਚ ਨਾ ਲੱਗਿਆ ਹੋਇਆ, ਫਿਰ ਮੇਨ ਤੋਂ ਬਾਅਦ ਜਾਵਾ ਰਨ ਟਾਈਮ ਸਿਸਟਮ ਹੈ, ਉਹਦੇ ਕੋਲ ਚਲੀ ਜਾਏਗੀ ਤੇ ਉਹ ਆਪਦਾ ਜਿਹੜਾ ਟੈਕਨੀਕਲ ਜਿਹਾ ਮੈਸੇਜ ਹੈ ਐਕਸੈਪਸ਼ਨ ਦਾ ਤੇ ਫਿਰ ਸਟੈਕ ਟਰੇਸ ਹੈ ਉਹਨੂੰ ਪ੍ਰਿੰਟ ਕਰ ਦੇਗਾ। ਸੋ ਇਹਦੇ ਨਾਲ ਵੀ ਤੁਸੀਂ ਐਕਸਪੈਰੀਮੈਂਟ ਕਰ ਸਕਦੇ ਹੋ, ਟਰਾਈ ਕੈਚ ਨੂੰ ਲਗਾ ਕੇ, ਹਟਾ ਕੇ, ਮੇਨ 'ਚ ਦੇ ਕੇ ਵਗੈਰਾ ਵਗੈਰਾ। ਇਸੇ ਤਰ੍ਹਾਂ ਦਾ ਇੱਕ ਹੋਰ ਕੀਵਰਡ ਹੈ ਥਰੋਜ਼। ਥਰੋਜ਼ ਕੀਵਰਡ, ਥਰੋਜ਼ ਕੀਵਰਡ ਜਦੋਂ ਕੋਈ ਐਕਸੈਪਸ਼ਨ ਹੈਂਡਲ ਨਾ ਕਰਨਾ ਚਾਹੁੰਦਾ ਹੋਵੇ, ਕੋਈ ਮੈਥਡ, ਜਾਂ ਅਸੀਂ ਮੈਥਡ ਦਾ ਕੀ ਚਾਹੇਗਾ, ਜਿਹੜਾ ਪ੍ਰੋਗਰਾਮਰ ਹੈ ਉਹ ਚਾਹੁੰਦਾ ਵੀ ਐਕਸੈਪਸ਼ਨ ਜਿਹੜੀ ਹੈ ਇਹ ਮੈਥਡ ਹੈਂਡਲ ਨਾ ਕਰੇ, ਬਸ ਇਹ ਜਿਹੜਾ ਕਾਲ ਕਰੇਗਾ ਆਪੇ ਹੈਂਡਲ ਕਰੇਗਾ। ਵੀ ਉਹ ਮੈਥਡ ਜਿਹਦੇ 'ਚ ਉਹ ਰੇਜ਼ ਹੋ ਰਹੀ ਹੈ ਉਹ ਉਹਨੂੰ ਹੈਂਡਲ ਨਹੀਂ ਕਰਨਾ ਚਾਹੁੰਦਾ, ਜਾਂ ਉਹਦੇ ਕੋਲ ਆਈ ਹੈ ਥਰੋ ਹੋ ਕੇ, ਉਹ ਹੈਂਡਲ ਨਹੀਂ ਕਰਨਾ ਚਾਹੁੰਦਾ, ਬਸ ਉਦੋਂ ਤੁਸੀਂ ਥਰੋਜ਼ ਸ਼ਬਦ ਲਿਖ ਕੇ ਐਕਸੈਪਸ਼ਨ ਦਾ ਨਾਮ ਦੇ ਦਿਓ, ਉਹ ਕਾਲਰ ਕੋਲੇ ਪਹੁੰਚ ਜਾਏਗੀ। ਤਾਂ ਦਿੱਤੀ ਹੋਈ ਹੈ ਥਰੋਜ਼ ਐਕਸੈਪਸ਼ਨ। If a method is capable of causing an exception that it does not handle, ਮੈਥਡ ਨੇ ਥਰੋ ਤਾਂ ਕਰ ਦਿੱਤੀ, ਐਕਸੈਪਸ਼ਨ ਤਾਂ ਰੇਜ਼ ਹੋ ਗਈ, ਪਰ ਉਹ ਹੈਂਡਲ ਨਹੀਂ ਕਰਦਾ। It must specify this behavior so that caller of the method can guard themselves against that exception। ਤਾਂ ਉਹ ਇੱਥੇ ਥਰੋਜ਼ ਦੇ ਵਿੱਚ ਦੇਣੀ ਪੈਂਦੀ ਹੈ। ਜਦੋਂ ਤੁਸੀਂ ਥਰੋਜ਼ ਦੇ ਵਿੱਚ ਦੇ ਦਿੰਦੇ ਆ ਤਾਂ ਜਿਹੜਾ ਐਕਸੈਪਸ਼ਨ ਨੂੰ ਹੈਂਡਲ ਕਰਨ ਦੀ ਜ਼ਿੰਮੇਵਾਰੀ ਹੈ, ਰਿਸਪੌਂਸਿਬਿਲਿਟੀ ਹੈ, ਉਹ ਇਸ ਮੈਥਡ ਨੂੰ ਕਾਲ ਕਰਨ ਵਾਲੇ ਦੀ ਹੋ ਜਾਊਗੀ। You do this by including the throws clause in the method's declaration। A throws clause lists the type of exceptions that the method might throw। ਜਿਹੜੀਆਂ ਵੀ ਐਕਸੈਪਸ਼ਨਸ ਇੱਥੋਂ ਥਰੋ ਹੋ ਸਕਦੀਆਂ ਨੇ, ਉਹਨਾਂ ਸਾਰੀਆਂ ਦੀ ਲਿਸਟ ਇੱਥੇ ਕੌਮੇ ਪਾ ਕੇ ਇੱਕ ਤੋਂ ਵੱਧ ਵੀ ਦੇ ਸਕਦੇ ਹਾਂ ਅਸੀਂ, ਉਹਨਾਂ ਨੂੰ ਇਹ ਹੈਂਡਲ ਨਹੀਂ ਕਰਦੇ। This is necessary for all the exceptions except those of type error or runtime exception। ਜਿਹੜੀਆਂ ਐਕਸੈਪਸ਼ਨਸ ਰਨ ਟਾਈਮ ਟਾਈਪ ਦੀਆਂ ਹੋਣਗੀਆਂ ਜਾਂ ਐਰਰ ਟਾਈਪ ਦੀਆਂ, ਉਹਨਾਂ ਨੂੰ ਛੱਡ ਕੇ ਬਾਕੀ ਸਾਰੀਆਂ ਲਈ ਇਹ ਦੇਣਾ ਜ਼ਰੂਰੀ। ਇਹ ਟਾਈਪ ਦੀਆਂ ਮਤਲਬ ਇਹਦੀਆਂ ਸਬ ਕਲਾਸਿਸ ਵੀ ਹੋ ਸਕਦੀਆਂ ਨੇ, ਇਸ ਦੀਆਂ ਆਬਜੈਕਟ ਵੀ ਹੋ ਸਕਦੇ ਨੇ। All other exceptions that method can throw must be declared in the throws clause। If they are not, a compile time error will result। ਜੇ ਤੁਸੀਂ ਥਰੋ ਕਰ ਰਿਹਾ ਹੋ, ਤੁਸੀਂ ਉਹਨੂੰ ਥਰੋਜ਼ 'ਚ ਵੀ ਨਹੀਂ ਲਿਖਿਆ, ਤੁਸੀਂ ਟਰਾਈ ਕੈਚ ਵੀ ਨਹੀਂ ਲਾਇਆ, ਫਿਰ ਕੰਪਾਈਲ ਟਾਈਮ ਐਰਰ ਆਏਗਾ, ਤੁਹਾਡਾ ਪ੍ਰੋਗਰਾਮ ਕੰਪਾਈਲ ਨਹੀਂ ਹੋਏਗਾ। ਰਨ ਟਾਈਮ ਐਕਸੈਪਸ਼ਨ 'ਚ ਇਦਾਂ ਨਹੀਂ ਹੁੰਦਾ, ਰਨ ਟਾਈਮ ਤਾਂ ਰਨ ਟਾਈਮ ਤੇ ਆਉਣੀ ਹੈ, ਕੰਪਾਈਲ ਹੋ ਜਾਂਦਾ ਰਨ ਟਾਈਮ ਤੇ ਪਤਾ ਲੱਗਦਾ। ਪਰ ਜਿਹੜੀਆਂ ਕੰਪਾਈਲ ਟਾਈਮ ਐਕਸੈਪਸ਼ਨਸ ਨੇ ਉਹ ਥਰੋਜ਼ ਕਲਾਜ਼ ਦੇ ਵਿੱਚ ਦੇਣੀਆਂ ਜ਼ਰੂਰੀ ਨੇ, ਜਾਂ ਟਰਾਈ ਕੈਚ ਕਰਨਾ ਪਏਗਾ, ਅਦਰਵਾਈਜ਼ ਪ੍ਰੋਗਰਾਮ ਕੰਪਾਈਲ ਹੀ ਨਹੀਂ ਹੁੰਦਾ। ਅੱਗੇ ਮੈਂ ਦੱਸਾਂਗਾ ਕੁਛ ਕਿਹੜੀਆਂ ਐਕਸੈਪਸ਼ਨਸ ਦੇ ਵਿੱਚ ਇਦਾਂ ਹੁੰਦਾ। ਸੋ ਇਹ ਇਦਾਂ ਦਿੱਤਾ ਜਾਂਦਾ, ਮੈਥਡ ਦਾ ਨਾਮ, ਡਾਟਾ ਟਾਈਪ, ਰਿਟਰਨ ਟਾਈਪ ਹੋ ਗਈ, ਪੈਰਾਮੀਟਰ ਲਿਸਟ ਤੋਂ ਬਾਅਦ ਪੈਰੰਥੀਸਿਸ ਦਾ ਬੰਦ ਕਰਨ ਤੋਂ ਬਾਅਦ ਅਸੀਂ ਲਿਖਦੇ ਹਾਂ ਥਰੋਜ਼, ਅਤੇ ਜਿਹੜੀਆਂ ਐਕਸੈਪਸ਼ਨਸ ਨੂੰ ਇਹ ਥਰੋ ਕਰ ਰਿਹਾ ਪਰ ਹੈਂਡਲ ਨਹੀਂ ਕਰ ਰਿਹਾ, ਉਹਨਾਂ ਦੀ ਲਿਸਟ ਦੇ ਦੇਣੀ ਹੈ ਕੌਮੇ ਤੋਂ। ਐਗਜ਼ਾਮਪਲ ਦਿੱਤੀ ਹੋਈ ਹੈ ਇਹਦੇ ਵਿੱਚ, ਮੈਂ ਆਪਦੀ ਐਕਸੈਪਸ਼ਨ ਜਿਹੜੀ ਬਣਾਈ ਸੀ ਥਰੋ ਨਿਊ ਐਕਸੈਪਸ਼ਨ, ਉਹੀ ਥਰੋ ਕਰ ਰਿਹਾ, ਪਰ ਉਹਨੂੰ ਮੈਂ ਹੈਂਡਲ ਨਹੀਂ ਕਰ ਰਿਹਾ, ਇਸ ਕਰਕੇ ਮੈਂ ਇੱਥੇ ਲਿਖਤਾ ਥਰੋਜ਼। ਇੱਥੇ ਕੋਈ ਟਰਾਈ ਕੈਚ ਨਹੀਂ ਲਾਇਆ ਹੈ, ਦੇਖੋ ਸਿਰਫ ਥਰੋ ਹੋ ਰਹੀ ਹੈ, तो इतने थ्रोज ਦੇ ਵਿੱਚ ਲਿਖਦਾ। ਜੇ ਮੈਂ ਇੱਥੇ ਨਾ ਥਰੋਜ਼ ਲਿਖਾਂ ਫਿਰ ਕੰਪਾਈਲਰ ਨੇ ਐਰਰ ਦੇ ਦੇਣੀ, ਕੰਪਾਈਲ ਨਹੀਂ ਹੋਣਾ। ਇੱਥੇ ਲਿਖਤਾ ਤਾਂ ਜ਼ਿੰਮੇਵਾਰੀ ਕਾਲਰ ਦੀ ਹੋਗੀ, ਇਹਨੂੰ ਕੌਣ ਕਾਲ ਕਰ ਰਿਹਾ, ਥਰੋ 1 ਨੂੰ, ਥਰੋ 1 ਨੂੰ ਕਾਲ ਆ ਕੀਤਾ ਜਾ ਰਿਹਾ ਤੇ ਇਹ ਹੈਗਾ ਮੇਨ, ਮੇਨ ਨੇ ਥਰੋ 1 ਨੂੰ ਕਾਲ ਕੀਤਾ, ਤਾਂ ਮੇਨ ਦੇ ਵਿੱਚ ਟਰਾਈ ਕੈਚ ਲਗਾਉਣਾ ਪਏਗਾ, ਕਿਉਂਕਿ ਥਰੋ 1 ਨੇ ਆਪ ਹੈਂਡਲ ਨਹੀਂ ਕੀਤੀ। ਸੋ ਐਕਸੈਪਸ਼ਨ ਥਰੋ ਹੋ ਕੇ ਮੇਨ ਕੋਲੇ ਆ ਜਾਏਗੀ, ਮੇਨ ਦੇ ਵਿੱਚ ਟਰਾਈ ਕੈਚ ਲੱਗਿਆ ਹੋਇਆ ਤੇ ਆ ਜਿਹੜੀ ਕਾਲ ਸਟੇਟਮੈਂਟ ਹੈ ਟਰਾਈ ਕੈਚ ਦੇ ਅੰਦਰ ਹੈ, ਤੇ ਕੈਚ ਕਰੇਗਾ ਉਸ ਐਕਸੈਪਸ਼ਨ ਨੂੰ ਤੇ ਇੱਥੇ ਮੈਸੇਜ ਦੇ ਦੇਗਾ। ਇਹ ਸੀ ਥਰੋਜ਼ ਵਰਡ ਦਾ ਕੀ ਯੂਜ਼ ਹੈ, ਕੀਵਰਡ। ਇਸੇ ਤਰ੍ਹਾਂ ਹੈ ਸਾਡੇ ਕੋਲ ਫਾਈਨਲੀ। ਫਾਈਨਲੀ ਕੀਵਰਡ ਵੀ ਬਹੁਤ ਯੂਜ਼ਫੁਲ ਹੈ। ਜਦੋਂ ਵੀ ਐਕਸੈਪਸ਼ਨ ਆਉਂਦੀ ਹੈ ਤਾਂ ਕੁਝ ਕੋਡ ਸਕਿਪ ਹੋ ਜਾਂਦਾ ਹੁੰਦਾ ਹੈ, ਵੀ ਜਿਹੜਾ ਕੈਚ ਤੋਂ ਪਹਿਲਾਂ ਪਰ
ਐਕਸੈਪਸ਼ਨ ਜਿੱਥੇ ਥਰੋ ਹੋਈ ਆ ਉਸ ਸਟੇਟਮੈਂਟ ਤੋਂ ਬਾਅਦ ਹੁੰਦਾ ਉਹ ਸਕਿਪ ਹੋ ਜਾਂਦਾ, ਉਹ ਚੱਲਦਾ ਹੀ ਨਹੀਂ, ਐਗਜ਼ੀਕਿਊਟ ਹੀ ਨਹੀਂ ਹੁੰਦਾ। ਪਰ ਕਈ ਵਾਰ ਪ੍ਰੋਗਰਾਮ ਇਦਾਂ ਦੇ ਹੁੰਦੇ ਨੇ ਕਿ ਪ੍ਰੋਗਰਾਮ ਦੀ ਰਿਕੁਆਇਰਮੈਂਟ ਹੁੰਦੀ ਹੈ ਕਿ ਆਹ ਲਾਈਨ ਚੱਲਣੀ ਜ਼ਰੂਰੀ ਹੈ, ਚਾਹੇ ਐਕਸੈਪਸ਼ਨ ਆਵੇ ਚਾਹੇ ਨਾ ਆਵੇ। ਜੇ ਐਕਸੈਪਸ਼ਨ ਆਉਂਦੀ ਹੈ ਤਾਂ ਵੀ ਉਹ ਲਾਈਨ ਜ਼ਰੂਰ ਐਗਜ਼ੀਕਿਊਟ ਹੋਵੇ, ਜੇ ਨਹੀਂ ਆਉਂਦੀ ਤਾਂ ਵੀ ਐਗਜ਼ੀਕਿਊਟ ਹੋਵੇ। ਵੀ ਮੰਨ ਲਓ ਵੀ ਤੁਸੀਂ ਕੋਈ ਕਨੈਕਸ਼ਨ ਬਣਾਏ ਹੋਏ ਨੇ ਆਊਟਸਾਈਡ ਦਾ ਜਾਵਾ ਪ੍ਰੋਗਰਾਮ, ਮੰਨ ਲਓ ਤੁਸੀਂ ਕੋਈ ਡਾਟਾਬੇਸ ਕਨੈਕਸ਼ਨ ਓਪਨ ਕੀਤਾ ਹੋਇਆ ਜਾਂ ਕੋਈ ਫਾਈਲ ਓਪਨ ਕੀਤੀ ਹੋਈ ਹੈ, ਟੈਕਸਟ ਫਾਈਲ। ਹੁਣ ਉਹ ਫਾਈਲ ਜਿਹੜੀ ਤੁਸੀਂ ਓਪਨ ਕੀਤੀ ਹੈ ਜਾਂ ਜਿਹੜਾ ਕਨੈਕਸ਼ਨ ਤੁਸੀਂ ਡਾਟਾਬੇਸ ਨਾਲ ਐਸਟੈਬਲਿਸ਼ ਕੀਤਾ ਹੈ, ਉਹ ਮੈਮਰੀ 'ਚ ਓਪਨ ਦਾ ਓਪਨ ਹੀ ਰਹਿ ਜਾਏਗਾ। ਜੇ ਐਕਸੈਪਸ਼ਨ ਆ ਗਈ ਅਤੇ ਪ੍ਰੋਗਰਾਮ ਨੇ ਉਹ ਕਨੈਕਸ਼ਨ ਕਲੋਜ਼ ਨਾ ਕੀਤਾ, ਕਨੈਕਸ਼ਨ ਨੂੰ ਕਲੋਜ਼ ਕਰਨ ਵਾਲੀ ਜਿਹੜੀ ਸਟੇਟਮੈਂਟ ਹੈ ਜਾਂ ਫਾਈਲ ਨੂੰ ਕਲੋਜ਼ ਕਰਨ ਵਾਲੀ ਜਿਹੜੀ ਸਟੇਟਮੈਂਟ ਹੈ, ਅਗਰ ਉਹ ਨਾ ਚੱਲੀ ਐਕਸੈਪਸ਼ਨ ਦੇ ਆਉਣ ਕਰਕੇ, ਤਾਂ ਉਹ ਪ੍ਰੋਗਰਾਮ ਜਾਂ ਉਹ ਕਨੈਕਸ਼ਨ ਮੈਮਰੀ 'ਚ ਓਪਨ ਹੀ ਰਹਿ ਜਾਏਗਾ, ਉਹ ਕੰਜ਼ਿਊਮ ਕਰੇਗਾ ਰਿਸੋਰਸਿਸ ਨੂੰ। ਪ੍ਰੋਬਲਮ ਹੀ ਹੈ ਇੱਕ ਤਰ੍ਹਾਂ ਦੀ। ਸੋ ਅਸੀਂ ਚਾਹੁੰਦੇ ਹਾਂ ਕਿ ਕਨੈਕਸ਼ਨ ਨੂੰ, ਜਿਹੜੀਆਂ ਮੈਂ ਐਗਜ਼ਾਮਪਲ ਦੇ ਰਿਹਾ ਇਹ ਕਿ ਡਾਟਾਬੇਸ ਦਾ ਕਨੈਕਸ਼ਨ ਜਾਂ ਫਾਈਲ ਓਪਨ ਕੀਤੀ ਹੈ, ਇਹ ਕਲੋਜ਼ ਕਰਨੇ ਨੇ ਜ਼ਰੂਰੀ ਨੇ, ਚਾਹੇ ਐਕਸੈਪਸ਼ਨ ਆਵੇ ਨਾ ਆਵੇ। ਉਹ ਸਟੇਟਮੈਂਟ ਅਸੀਂ ਫਾਈਨਲੀ ਕਲੌਜ਼ 'ਚ ਦੇ ਦਿੰਦੇ ਹਾਂ, ਵੀ ਟਰਾਈ ਦੇ ਨਾਲ ਲੱਗਦਾ, ਇਕੱਲਾ ਨਹੀਂ ਲੱਗਦਾ। ਟਰਾਈ ਲੱਗੇਗੀ ਤਾਂ ਫਾਈਨਲੀ ਲੱਗੇਗਾ। ਫਾਈਨਲੀ ਦੇ ਅੰਦਰ ਉਹ ਕੋਡ ਦਿੰਦੇ ਹਾਂ ਅਸੀਂ ਜਿਹੜਾ ਅਸੀਂ ਚਾਹੁੰਦੇ ਹਾਂ ਕਿ ਹਰ ਹਾਲਤ 'ਚ ਚੱਲੇ, ਐਗਜ਼ੀਕਿਊਟ ਹੋਵੇ, ਚਾਹੇ ਐਕਸੈਪਸ਼ਨ ਆਵੇ ਚਾਹੇ ਨਾ ਆਵੇ, ਉਹ ਜ਼ਰੂਰ ਚੱਲੇ, ਤਾਂ ਉਹ ਫਾਈਨਲੀ 'ਚ ਦਿੱਤਾ ਜਾਂਦਾ ਹੈ। Finally creates a block of code that will be executed after the try catch block has completed and before the code following the try catch block। ਟਰਾਈ ਕੈਚ ਤੋਂ ਬਾਅਦ ਜਿਹੜਾ ਕੋਡ ਲਿਖਣਾ ਤੁਸੀਂ, ਤੁਹਾਡਾ ਪ੍ਰੋਗਰਾਮ ਹੈ ਦਾ ਬਾਕੀ ਕੋਡ ਹੈ, ਉਹਦੇ ਤੋਂ ਪਹਿਲਾਂ ਅਤੇ ਟਰਾਈ ਕੈਚ ਤੋਂ ਬਾਅਦ ਫਾਈਨਲੀ ਲਿਖਿਆ ਜਾਂਦਾ ਹੈ। The finally block will execute whether or not the exception is thrown। If an exception is thrown, the finally block will execute even if no catch statement matches the exception। चाहे कैच होवे चाहे ना होवे exception, finally जरूर चलेगा। This can be useful for closing the handles and freeing up any resources that might have been allocated at the beginning of the method with an intent of disposing of them before returning। डिस्पोज करना जरूरी ਹੁੰਦਾ ਕੋਈ ਫੰਕਸ਼ਨ, ਕੋਈ ਰਿਸੋਰਸ ਅਸੀਂ ਯੂਜ਼ ਕਰ ਰਹੇ ਹਾਂ, ਜਿਵੇਂ ਮੈਂ ਦੱਸੇ ਵੀ ਡਾਟਾਬੇਸ ਜਾਂ ਕੋਈ ਫਾਈਲ ਓਪਨ ਕੀਤੀ ਹੈ, ਉਹਨਾਂ ਨੂੰ ਬੰਦ ਕਰਨਾ ਜ਼ਰੂਰੀ ਹੈ, ਅਦਰਵਾਈਜ਼ ਉਹ ਰਿਸੋਰਸਿਸ ਕੰਜ਼ਿਊਮ ਹੁੰਦੇ ਨੇ। ਫਾਈਨਲੀ ਕਲੌਜ਼ ਇਜ਼ ਆਪਸ਼ਨ, ਕਈ ਵਾਰ ਅਸੀਂ ਨਹੀਂ ਵੀ ਦਿੰਦੇ, ਹੁਣ ਤੱਕ ਅਸੀਂ ਦਿੱਤਾ ਹੈ, ਤੇ ਜਦੋਂ ਲੋਡ ਹੁੰਦੀ ਹੈ ਤਾਂ ਅਸੀਂ ਫਾਈਨਲੀ ਦੀ ਵਰਤੋਂ ਕਰਦੇ ਹਾਂ। तो फाइनली डेमो नाम का प्रोग्राम है जी, 24 प्रोस सी बने इनसाइड प्रोस सी ट्राई कैच के अंदर मैं एक्सैप्शन आपके कोलों ही थ्रो की है, तो फाइनली के एक क्वेरी लिखी है प्रोस इज फाइनली। जो तुम प्रोग्राम रन करोगे तो ये लाइन जरूर आएगी, चाहे तुम आ एक्सैप्शन इतों रेज करो चाहे ना करो। एक बार लगा के देख सकते हो, एक बार इनू हटा के देख सकते हो थ्रो वाली स्टेटमेंट में, तुम देखोगे कि ये वाली लाइन हमेशा चलेगी, मतलब ये दोनों हालत चलेगी चलेगी, ये गारंटी है भी ये चलेगी। तो इस तरह नाल असीं जिहड़ा है फाइनली यूज़ कर, मैं इत्थे कैच तो बिना ही फाइनली यूज़ किया है क्योंकि कैच मैं मेन दे विच यूज़ किया है ट्राई कैच, पर तुसीं कैच तो बाद इत्थे भी फाइनली यूज़ कर सकते हो। जिन्ने भी कैच ने सारे कैच खत्म हो जान उस तो बाद तुसीं फाइनली इदां लगा के इहदे विच फाइनली च इदां कोड दे सकते हो। पर इत्थे मैं कैच मेन च दिता है तो फाइनली उपर दिता है, तो कोई गल नहीं है, तो जिस तरह की साडी रिक्वायरमेंट है असीं ਉਹਦੇ ਹਿਸਾਬ ਨਾਲ ਫਾਈਨਲੀ ਡਿਸਕ੍ਰਾਈਬ ਕਰ ਸਕਦੇ ਹਾਂ। ਜਾਵਾ's ਬਿਲਟ ਇਨ ਐਕਸੈਪਸ਼ਨਸ ਬਣੀਆਂ ਬਣਾਈਆਂ ਕਿਹੜੀਆਂ ਨੇ, ਆਪਾਂ ਪਿੱਛੇ ਪੜ੍ਹਿਆ ਰਨ ਟਾਈਮ ਐਕਸੈਪਸ਼ਨ, ਅਰਥਮੈਟਿਕ ਐਕਸੈਪਸ਼ਨ, ਦੋ ਪੜ੍ਹੀਆਂ ਨੇ ਆਪਾਂ ਪਿੱਛੇ, तो ਉੱਦਾਂ ਦੀਆਂ ਹੋਰ ਵੀ ਬਹੁਤ ਨੇ, ਆਪਾਂ ਉਹਨਾਂ ਦੀ ਕੰਪਲੀਟ ਲਿਸਟ, ਕੰਪਲੀਟ ਤਾਂ ਨਹੀਂ ਮਤਲਬ ਯੂਜ਼ੇਬਲ ਜਿਹੜੀਆਂ ਐਕਸੈਪਸ਼ਨਸ ਨੇ ਉਹਨਾਂ ਦੀ ਲਿਸਟ ਦੇਖ ਲੈਂਦੇ ਹਾਂ। ਜਾਵਾ's ਬਿਲਟ ਇਨ ਐਕਸੈਪਸ਼ਨ ਕਲਾਸਿਸ ਕਿਹੜੀਆਂ ਕਿਹੜੀਆਂ ਨੇ। इनसाइड द स्टैंडर्ड पैकेज java.lang पैकेज है जिहदे अंदर ये सारियां एक्सैप्शनस डिस्क्राइब कीतियां गईयां ने, डिटेल इन्हां दी दित्ती गई है, इंप्लीमेंट होईयां होईयां ने। Java defines several exception classes। A few have been used by the preceding example। ਆਪਾਂ ਪਿੱਛੇ ਜਿਹੜੀਆਂ ਐਗਜ਼ਾਮਪਲਸ ਪੜ੍ਹੀਆਂ ਨੇ ਉਹਨਾਂ 'ਚ ਆਪਾਂ ਨੇ ਕੁਝ ਐਕਸੈਪਸ਼ਨਸ ਇਦਾਂ ਦੀਆਂ ਵਰਤੀਆਂ ਨੇ। The most general of these exceptions are subclasses of standard type runtime exception। बहुत ज़्यादा ਇਹ ਆਉਂਦੀਆਂ ਨੇ ਬਹੁਤ ਸਾਰੀਆਂ, ਆਪਾਂ ਅੱਗੇ ਦੇਖਦੇ ਹਾਂ ਇਹਨਾਂ ਦੀ ਲਿਸਟ।
Since java.lang is implicitly imported in all Java programs, most exceptions derived from runtime exception are automatically available. ਸਾਨੂੰ ਕੋਈ ਚੀਜ਼ ਇੰਪੋਰਟ ਨਹੀਂ ਕਰਨੀ ਪੈਂਦੀ ਕਿਉਂਕਿ java.lang ਤੇ ਡਿਫਾਈਨਡ ਨੇ, ਸੋ java.lang implicitly imported ਹੈ, ਸੋ ਸਾਨੂੰ ਕੁਝ ਇੰਪੋਰਟ ਨਹੀਂ ਕਰਨਾ ਪੈਂਦਾ। Furthermore, they need not be included in any methods throws list। ਜਿਹੜੀਆਂ ਰਨ ਟਾਈਮ ਐਕਸੈਪਸ਼ਨਸ ਹੁੰਦੀਆਂ ਨੇ, ਕਿਉਂਕਿ ਇਹਨਾਂ ਨੇ ਰਨ ਟਾਈਮ ਤੇ ਆਉਣਾ ਹੁੰਦਾ, ਕੰਪਾਈਲਰ ਨੂੰ ਇਹਨਾਂ ਨਾਲ ਕੋਈ ਮਤਲਬ ਨਹੀਂ, ਕੰਪਾਈਲਰ ਨੂੰ ਪਤਾ ਨਹੀਂ ਹੁੰਦਾ ਇਹਨਾਂ ਬਾਰੇ, ਸੋ ਇਸ ਕਰਕੇ ਇਹਨਾਂ ਨੂੰ ਥਰੋਜ਼ ਕਲਾਸ ਦੇ ਨਾਲ, ਜਿਹੜਾ ਆਪਾਂ ਪਿੱਛੇ ਥਰੋਜ਼ ਕਲਾਸ ਪੜ੍ਹਿਆ ਸੀ, ਇਹਦੇ ਵਿੱਚ ਦੇਣ ਦੀ ਲੋੜ ਨਹੀਂ ਪੈਂਦੀ, ਪ੍ਰੋਗਰਾਮ ਕੰਪਾਈਲ ਹੋ ਜਾਂਦਾ। ਕੰਪਾਈਲਰ ਨੂੰ ਤਾਂ ਪ੍ਰੋਬਲਮ ਆਏਗੀ ਜੇ ਕੰਪਾਈਲਰ ਨੂੰ ਪਤਾ ਹੋਏਗਾ। ਹੁਣ ਜਿਹੜੀ ਐਕਸੈਪਸ਼ਨ ਹੀ ਰਨ ਟਾਈਮ ਤੇ ਆਉਣੀ ਆ, ਉਹਦਾ ਕੰਪਾਈਲਰ ਨੂੰ ਨਹੀਂ ਪਤਾ, ਸੋ ਕੰਪਾਈਲਰ ਕੰਪਾਈਲ ਕਰ ਦਿੰਦਾ। ਸੋ ਥਰੋਜ਼ ਦੇ ਵਿੱਚ ਦੇਣ ਦੀ ਲੋੜ ਨਹੀਂ ਪੈਂਦੀ ਉਹਨਾਂ ਐਕਸੈਪਸ਼ਨਸ ਨੂੰ ਜਿਹੜੀਆਂ ਰਨ ਟਾਈਮ ਐਕਸੈਪਸ਼ਨਸ ਨੇ ਜਾਂ ਇਹਦੀਆਂ ਸਬ ਕਲਾਸਿਸ ਨੇ। ਇਨ ਦਾ ਲੈਂਗੁਏਜ ਆਫ ਜਾਵਾ these are called unchecked। unchecked ਕਿਉਂ? ਕਿਉਂਕਿ ਕੰਪਾਈਲਰ ਚੈੱਕ ਨਹੀਂ ਕਰਦਾ। ਅਨਚੈਕਡ ਐਕਸੈਪਸ਼ਨਸ ਇਹਨਾਂ ਨੂੰ ਕਿਹਾ ਜਾਂਦਾ ਹੈ ਕਿਉਂਕਿ ਕੰਪਾਈਲਰ ਹੈ ਜਿਹੜਾ ਜਾਵਾ ਦਾ, ਉਹ ਇਹਨਾਂ ਨੂੰ ਕੰਪਾਈਲ ਕਰਨ ਵੇਲੇ ਚੈੱਕ ਨਹੀਂ ਕਰਦਾ ਅਤੇ ਕੰਪਾਈਲ ਕਰ ਦਿੰਦਾ ਹੈ। ਬਿਕੋਜ਼ ਦਾ ਕੰਪਾਈਲਰ ਡਜ਼ ਨਾਟ ਚੈੱਕ ਟੂ ਸੀ ਇਫ ਦਾ ਮੈਥਡ ਹੈਂਡਲਸ or throws these exceptions। Those exceptions defined by java.lang that must be included in the method's throws list if that method can generate one of these exceptions and does not handle it itself, these are called checked exceptions। ਜਿਹੜੀਆਂ ਦੂਜੀਆਂ ਨੇ ਜਿਨ੍ਹਾਂ ਨੂੰ ਜਾਵਾ ਦਾ ਕੰਪਾਈਲਰ ਚੈੱਕ ਕਰ ਲੈਂਦਾ ਵੀ ਇਹ ਜਿਹੜੀ ਐਕਸੈਪਸ਼ਨ ਹੈ ਇਹ ਆ ਰਹੀ ਹੈ ਤੇ ਜਾਵਾ ਦੇ ਜਿਹੜੇ ਫੰਕਸ਼ਨ ਬਣਾਇਆ ਗਿਆ ਜਾਂ ਮੈਥਡ ਬਣਾਇਆ ਉਹਦੇ ਵਿੱਚ ਉਹਨੇ ਹੈਂਡਲ ਵੀ ਨਹੀਂ ਕੀਤੀ ਅਤੇ ਨਾ ਥਰੋਜ਼ ਲਿਸਟ 'ਚ ਲਿਖੀ ਹੈ, ਤਾਂ ਫਿਰ ਉਹ ਕੰਪਾਈਲ ਨਹੀਂ ਕਰਦਾ ਤੇ ਐਕਸੈਪਸ਼ਨ ਕੰਪਾਈਲ ਟਾਈਮ ਤੇ ਆਈ ਜਾਂਦੀ ਹੈ। ਹੁਣ ਕਿਉਂਕਿ ਕੰਪਾਈਲਰ ਨੇ ਐਕਸੈਪਸ਼ਨ ਚੈੱਕ ਕਰ ਲਈ, ਤਾਂ ਜਿਹੜੀਆਂ ਐਕਸੈਪਸ਼ਨਸ ਨੂੰ ਕੰਪਾਈਲਰ ਚੈੱਕ ਕਰਦਾ ਹੈ ਉਹ ਕੰਪਾਈਲ ਟਾਈਮ ਨੇ ਜਾਂ ਉਹਨਾਂ ਨੂੰ ਚੈੱਕਡ ਐਕਸੈਪਸ਼ਨਸ ਕਿਹਾ ਜਾਂਦਾ ਹੈ। ਤੇ ਜਿਹੜੀਆਂ ਰਨ ਟਾਈਮ ਤੇ ਆਉਂਦੀਆਂ ਨੇ ਕੰਪਾਈਲਰ ਚੈੱਕ ਨਹੀਂ ਕਰਦਾ, ਉਹਨਾਂ ਨੂੰ ਅਨਚੈਕਡ ਐਕਸੈਪਸ਼ਨਸ ਕਿਹਾ ਜਾਂਦਾ ਹੈ। ਮੈਂ ਲਿਸਟ ਦੇ ਰਿਹਾ, ਆਹ ਜਾਵਾ ਦੀਆਂ ਅਨਚੈਕਡ ਐਕਸੈਪਸ਼ਨਸ ਨੇ। ਅਨਚੈਕਡ ਰਨ ਟਾਈਮ ਐਕਸੈਪਸ਼ਨਸ ਦੀਆਂ ਸਬ ਕਲਾਸਿਸ ਨੇ ਸਾਰੀਆਂ, ਇਹ ਜਿੰਨੀਆਂ ਵੀ ਨੇ ਇਹ ਰਨ ਟਾਈਮ ਤੇ ਆਉਂਦੀਆਂ ਨੇ, ਤੇ ਜੇ ਇਹ ਆਉਂਦੀਆਂ ਨੇ ਤਾਂ ਇਹਨਾਂ ਨੂੰ ਕੰਪਾਈਲਰ ਨੂੰ ਇਹਨਾਂ ਤੇ ਕੋਈ ਇਤਰਾਜ਼ ਨਹੀਂ ਹੈ। ਕੰਪਾਈਲਰ ਕੰਪਾਈਲ ਕਰ ਦੇਗਾ, ਰਨ ਟਾਈਮ ਤੇ ਪ੍ਰੋਬਲਮ ਆਏਗੀ, ਸੋਲਵ ਤਾਂ ਕਰਨੀ ਪਏਗੀ ਪਰ ਕੰਪਾਈਲਰ ਨੂੰ ਪ੍ਰੋਬਲਮ ਨਹੀਂ ਹੈ, ਕੰਪਾਈਲਰ ਕੰਪਾਈਲ ਕਰ ਦੇਗਾ ਪ੍ਰੋਗਰਾਮ ਨੂੰ ਬਿਨਾਂ ਐਰਰ। ਇਹਨਾਂ 'ਚ ਕੁਝ ਪਾਪੂਲਰ ਨੇ ਲਾਈਕ ਜਿਵੇਂ ਅਰਥਮੈਟਿਕ ਐਕਸੈਪਸ਼ਨ ਆਪਾਂ ਯੂਜ਼ ਕੀਤੀ ਸੀ, ਇਹ ਇੱਕ ਰੀਜ਼ਨ ਹੈ ਡਿਵਾਈਡ ਬਾਈ ਜ਼ੀਰੋ, ਹੋਰ ਵੀ ਕਈ ਰੀਜ਼ਨ ਨੇ ਜਿਨ੍ਹਾਂ ਕਰਕੇ ਅਰਥਮੈਟਿਕ ਕੋਈ ਵੀ ਅਰਥਮੈਟਿਕ ਪ੍ਰੋਬਲਮ ਆਵੇ ਤਾਂ ਹੀ ਆਉਂਦੀ ਹੈ। ਸੇਮ ਐਰੇ ਇੰਡੈਕਸ ਆਊਟ ਆਫ ਬਾਉਂਡ ਐਕਸੈਪਸ਼ਨ ਹੈ, ਜਦੋਂ ਵੀ ਐਰੇ ਦਾ ਇੰਡੈਕਸ ਬਾਉਂਡ ਤੋਂ ਬਾਹਰ ਅਸੀਂ ਯੂਜ਼ ਕਰਦੇ ਹਾਂ ਉਦੋਂ ਆਉਂਦੀ ਹੈ। ਐਰੇ ਸਟੋਰ ਐਕਸੈਪਸ਼ਨ ਹੈ, ਜਦੋਂ ਆਪਾਂ ਇਨਕੰਪੈਟੀਬਲ, ਜਿਵੇਂ ਮੰਨ ਲਓ ਅਸੀਂ ਇੰਟੀਜਰ ਐਰੇ ਦੇ ਵਿੱਚ ਅਸੀਂ ਲੌਂਗ ਵੈਲਿਊ ਜਾਂ ਸਟਰਿੰਗ ਵੈਲਿਊ ਪਾ ਰਹੇ ਹਾਂ, ਇਨਕੰਪੈਟੀਬਿਲਟੀ ਹੋ ਗਈ ਨਾ, ਉਹ ਨਹੀਂ ਸਟੋਰ ਕਰੇਗਾ ਉੱਦਾਂ ਦੇ। ਕਲਾਸ ਕਾਸਟ ਐਕਸੈਪਸ਼ਨ ਹੈ, ਇਹਨਾਂ ਦੀ ਡਿਸਕ੍ਰਿਪਸ਼ਨ ਮੈਂ ਨਾਲ ਦਿੱਤੀ ਹੋਈ ਹੈ ਵੀ ਕਿਹੜੀ ਕਦੋਂ ਆਉਂਦੀ ਹੈ। ਇਹਨਾਂ 'ਚ ਕੁਝ ਪਾਪੂਲਰ ਵਾਲਾ ਹੀ ਮੈਂ ਡਿਸਕਸ ਕਰ ਰਿਹਾ, ਜਿਵੇਂ ਸਾਡੇ ਕੋਲ ਇੱਕ ਆਏਗੀ ਨਲ ਪੁਆਇੰਟਰ ਐਕਸੈਪਸ਼ਨ ਆਏਗੀ ਕਈ ਵਾਰ, ਇਹ ਉਦੋਂ ਆਉਂਦੀ ਹੈ ਜਦੋਂ ਅਸੀਂ ਆਬਜੈਕਟ ਕ੍ਰੀਏਟ ਕੀਤਾ ਹੁੰਦਾ ਪਰ ਸੌਰੀ ਆਬਜੈਕਟ ਕ੍ਰੀਏਟ ਨਹੀਂ ਕੀਤਾ ਹੁੰਦਾ, ਸਿਰਫ ਡਿਕਲੇਅਰ ਕਰਿਆ ਹੁੰਦਾ। ਆਬਜੈਕਟ ਡਿਕਲੇਅਰ ਤਾਂ ਕਰ ਲਿਆ, ਨਿਊ ਦੇ ਨਾਲ ਉਹਨੂੰ ਡਿਫਾਈਨ ਨਹੀਂ ਕੀਤਾ, ਉਹਨੂੰ ਮੈਮਰੀ ਨਹੀਂ ਮਿਲੀ, ਉਹ ਨਲ ਹੈ, ਠੀਕ ਹੈ, ਉਸ ਵੇਲੇ ਨਲ ਪੁਆਇੰਟਰ ਐਕਸੈਪਸ਼ਨ ਆਉਂਦੀ ਹੈ। ਨੰਬਰ ਫਾਰਮੈਟ ਐਕਸੈਪਸ਼ਨ ਕਈ ਵਾਰ ਆਉਂਦੀ ਹੈ ਕਿ ਜਦੋਂ ਅਸੀਂ ਕਨਵਰਟ ਕਰਦੇ ਹਾਂ, ਮੰਨ ਲਓ ਨੂਮੈਰਿਕ ਸਟਰਿੰਗ ਹੈ, ਉਹਨੂੰ ਅਸੀਂ ਕਨਵਰਟ ਕਰ ਰਹੇ ਹਾਂ ਨੰਬਰ 'ਚ, ਪਰ ਉਹਦੇ ਵਿੱਚ ਅਲਫਾਬੈਟ ਨੇ, ਉਹ ਕਨਵਰਟ ਨਹੀਂ ਹੋਣੇ, ਤਾਂ ਨੰਬਰ ਫਾਰਮੈਟ ਐਕਸੈਪਸ਼ਨ ਆਉਂਦੀ ਹੈ। ਸੋ ਇਸ ਤਰ੍ਹਾਂ ਦੀਆਂ ਇਹ ਕੁਛ ਰਨ ਟਾਈਮ ਐਕਸੈਪਸ਼ਨਸ ਨੇ ਜੋ ਅਨਚੈਕਡ। ਇਹ ਜਾਵਾ ਦੀਆਂ ਚੈਕਡ ਐਕਸੈਪਸ਼ਨਸ ਨੇ ਜੋ ਕੰਪਾਈਲਰ ਚੈੱਕ ਕਰ ਲੈਂਦਾ ਤੇ ਕੰਪਾਈਲ ਹੀ ਨਹੀਂ ਕਰਦਾ, ਐਰਰ ਦੇਈ ਜਾਂਦਾ ਜਿੰਨਾ ਚਿਰ ਤੱਕ ਤੁਸੀਂ ਉਹਨਾਂ ਨੂੰ ਥਰੋਜ਼ 'ਚ ਨਹੀਂ ਲਿਖਦੇ ਜਾਂ ਟਰਾਈ ਕੈਚ ਨਾਲ ਹੈਂਡਲ ਨਹੀਂ ਕਰਦੇ। ਇਹਨਾਂ 'ਚ ਕਲਾਸ ਕਾਸਟ ਕਲਾਸ ਨਾਟ ਫਾਊਂਡ ਐਕਸੈਪਸ਼ਨ ਹੈ, ਜਦੋਂ ਕੋਈ ਕਲਾਸ ਅਸੀਂ ਆਬਜੈਕਟ ਕ੍ਰੀਏਟ ਕਰ ਰਹੇ ਹਾਂ ਉਹ ਕਲਾਸ ਹੀ ਹੈ ਨਹੀਂ, ਉਹ ਤਾਂ ਚੈੱਕ ਹੀ ਕਰ ਲੇਗਾ ਨਾ। ਇਸੇ ਤਰ੍ਹਾਂ ਨਾਲ ਹੋਰ ਨੇ ਕੁਛ, ਆਹ ਇਹਨਾਂ ਦੀ ਡਿਸਕ੍ਰਿਪਸ਼ਨ ਮੈਂ ਨਾਲ ਦਿੱਤੀ ਹੋਈ ਹੈ। ਇੰਸਟੈਂਸ਼ੀਏਸ਼ਨ ਐਕਸੈਪਸ਼ਨ ਆਉਂਦੀ ਹੈ ਕਈ ਵਾਰ, ਜਿਵੇਂ ਤੁਸੀਂ ਐਬਸਟਰੈਕਟ ਕਲਾਸ ਹੋਵੇ ਜਾਂ ਕੋਈ ਇੰਟਰਫੇਸ ਹੋਵੇ ਉਹਦਾ ਆਬਜੈਕਟ ਕ੍ਰੀਏਟ ਕਰੋਗੇ ਜੋ ਹੋ ਹੀ ਨਹੀਂ ਸਕਦਾ। ਇੰਟਰਪਟਡ ਐਕਸੈਪਸ਼ਨ ਆਏਗੀ ਸਾਡੇ ਆਉਣ ਵਾਲੇ ਕੁਝ ਪ੍ਰੋਗਰਾਮ ਦੇ ਵਿੱਚ, ਥਰੈਡ ਦੇ ਨਾਲ ਰਿਲੇਟਡ ਹੈ। ਜਦੋਂ ਥਰੈਡ ਐਗਜ਼ੀਕਿਊਟ ਹੁੰਦਾ ਥਰੈਡ ਇੱਕ ਰਨੇਬਲ ਕੋਡ ਹੈ, ਜੋ ਰਨਿੰਗ ਕੋਡ ਹੈ ਉਹਨੂੰ ਥਰੈਡ ਕਿਹਾ ਜਾਂਦਾ। ਉਹ ਜਦੋਂ ਇੰਟਰਪਟ ਹੁੰਦਾ ਕਿਸੇ ਹੋਰ ਥਰੈਡ ਦੁਆਰਾ ਤਾਂ ਉਦੋਂ ਇਹ ਆ ਜਾਂਦੀ ਇੰਟਰਪਟਡ ਐਕਸੈਪਸ਼ਨ। ਨੋ ਸੱਚ ਫੀਲਡ ਐਕਸੈਪਸ਼ਨ, ਨੋ ਸੱਚ ਮੈਥਡ ਐਕਸੈਪਸ਼ਨ। ਕਈ ਵਾਰ ਅਸੀਂ ਕੋਈ
ਡਾਟਾ ਮੈਂਬਰ ਵਗੈਰਾ ਐਕਸੈਸ ਕਰਦੇ ਹਾਂ, ਇੰਸਟੈਂਸ ਵੇਰੀਏਬਲ ਉਹ ਹੁੰਦਾ ਹੀ ਨਹੀਂ। ਕਈ ਵਾਰ ਅਸੀਂ ਮੈਥਡ ਕਾਲ ਕਰਦੇ ਹਾਂ, ਉਹ ਮੈਥਡ ਬਣਿਆ ਹੀ ਨਹੀਂ ਹੁੰਦਾ। ਇੱਦਾਂ ਦੀਆਂ ਚੀਜ਼ਾਂ ਤਾਂ ਨਾਰਮਲੀ ਚੈੱਕ ਕਰ ਲੈਂਦਾ ਕੰਪਾਈਲਰ, ਅਤੇ ਇੱਦਾਂ ਦੀਆਂ ਐਕਸੈਪਸ਼ਨ ਉਹ ਦੇ ਦਿੰਦਾ। ਸੋ ਇਹ ਸੀ ਸਾਡੀ ਐਕਸੈਪਸ਼ਨ ਦੇ ਬਾਰੇ ਜਿਹੜਾ ਆਪਣਾ ਟੌਪਿਕ ਸੀ ਉਹ ਕੰਪਲੀਟ।